किताब विपरण की रीत तो सच दा मार्ग भाग 6वां। लेखक सरदार गुरबख्श सिंह काला अफगाना। दूजे कांड दा 6वां भाग सिख रहत मर्यादा तो भी विपरण की रीत नाल जुड़े रहन दा राह। आवाज़ गुरजंट सिंह रूपवाली। वाहिगुरू जी का खालसा वाहिगुरू जी की फतेह। नोट: दास ने 20 फरवरी 1996 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਦੀ ਸੇਵਾ ਵਿੱਚ ਉਪਰੰਤ ਉਹਨਾਂ ਦੇ ਸਕੱਤਰ ਭਾਈ ਸੁਰਜੀਤ ਸਿੰਘ ਦੀ ਸੇਵਾ ਵਿੱਚ ਮਿਤੀ 30 ਮਈ 1997 ਵਿੱਚ ਅਤੇ ਫਿਰ 21 ਜੁਲਾਈ 1997 ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਸੇਵਾ ਵਿੱਚ ਅਤੇ ਫਿਰ ਮਿਤੀ 20 ਅਕਤੂਬਰ 1997 ਨੂੰ ਰਹਿਤ ਮਰਜ਼ਾਦਾ ਵਿੱਚ ਸੋਧ ਕਰਨ ਦੇ ਸੁਝਾਅ ਲਿਖ ਭੇਜੇ। ਹਰ ਵਾਰੀ ਇਹ ਜੋਦੜੀ ਕਰਦਾ ਆ ਰਿਹਾ ਹਾਂ, ਜੇ ਦਾਸ ਦੀ ਸੋਚਣੀ ਗੁਰਮਤਿ ਦੇ ਅਨੁਕੂਲ ਨਹੀਂ ਤਾਂ ਠੀਕ ਗੁਰਮਤਿ ਸੇਧ ਦੀ ਬਖਸ਼ਿਸ਼ ਕੀਤੀ ਜਾਵੇ। ਇਹ ਵੀ ਸਪਸ਼ਟ ਲਿਖਦਾ ਆ ਰਿਹਾ ਹਾਂ ਕਿ ਜੇ ਆਪ ਜੀ ਵੱਲੋਂ ਕੋਈ ਉੱਤਰ ਨਾ ਆਇਆ ਤਾਂ ਸਾਰੇ ਸੁਝਾਅ ਪੰਥ ਦੀ ਸੇਵਾ ਵਿੱਚ ਰੱਖਣ ਲਈ ਛਪਵਾ ਦਿੱਤੇ ਜਾਣੇ ਹਨ। ਪਰ ਜਿਸ ਸ਼੍ਰੋਮਣੀ ਜਥੇਦਾਰ ਜੀ ਨੇ ਦਮਦਮੀ ਟਕਸਾਲ ਵੱਲੋਂ ਛਪੀ ਗੁਰਮਤਿ ਰਹਿਤ ਮਰਜ਼ਾਦਾ ਪੁਸਤਕ ਬਾਰੇ ਕੋਈ ਇਤਰਾਜ਼ ਨਹੀਂ ਸੀ ਕੀਤਾ, ਉਸ ਨੂੰ ਦਾਸ ਦੀ ਚਿੱਠੀ ਨਾਲ ਕੀ ਵਾਸਤਾ। ਸੋ ਲਗਭਗ ਉਹੀ ਸੁਝਾਅ ਪਾਠਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਸਤ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਛਾਵੇਂ ਸਿਰ ਨੀਵਾਂ ਰੱਖ ਕੇ ਵਿਪਰਨ ਕੀ ਰੀਤ ਤੋਂ ਬਚੇ ਰਹਿਣ ਵਾਲੀ ਤੀਬਰਤਾ ਅਤੇ ਵਿਵੇਕਤਾ ਨਾਲ ਵਿਚਾਰਿਆਂ ਪਤਾ ਲੱਗਦਾ ਹੈ ਕਿ ਸਿੱਖ ਰਹਿਤ ਮਰਜ਼ਾਦਾ ਨੂੰ ਬਣਾਉਣ ਵਾਲਿਆਂ ਵਿੱਚ ਵੀ ਅਜਿਹੇ ਹੁਸ਼ਿਆਰ ਅਤੇ ਦੂਰ ਦ੍ਰਿਸ਼ਟ ਬ੍ਰਾਹਮਣੀ ਸੋਚ ਵਾਲੇ ਭੇਖੀ ਆ ਰਲੇ ਹੋਏ ਸਨ, ਜਿਨ੍ਹਾਂ ਨੇ ਇਸ ਮਰਜ਼ਾਦਾ ਦੁਆਰਾ ਵੀ ਪੰਥ ਵਿੱਚ ਬ੍ਰਾਹਮਣੀ ਰੀਤੀ ਰਿਵਾਜ ਨਿਰੰਤਰ ਵੜਦੇ ਰਹਿਣ ਦਾ ਰਾਹ ਬਣਵਾ ਲਿਆ ਹੋਇਆ ਸੀ। ਦਾਸ ਦੀ ਇਸ ਗੱਲ ਨੂੰ ਠੀਕ ਤਰ੍ਹਾਂ ਸਮਝਣ ਲਈ ਸੰਖੇਪ ਜਿਹੇ ਸ਼ਬਦਾਂ ਵਿੱਚ ਨਿਮਨ ਲਿਖੀ ਉਦਾਹਰਨ ਧਿਆਨ ਵਿੱਚ ਰੱਖਣ ਦੀ ਲੋੜ ਹੈ। ਇੱਕ ਸਾਧ ਨੇ ਆਪਣੇ ਭਗਤਾਂ ਨੂੰ ਇੱਕ ਦਿਨ ਚੂਹਿਆਂ ਤੋਂ ਪੈਣ ਵਾਲੀ ਪਲੇਗ ਬਿਮਾਰੀ ਨਾਲ ਹੁੰਦੀਆਂ ਤਬਾਹੀਆਂ ਦੀ ਕਥਾ ਸੁਣਾਈ ਅਤੇ ਚੂਹਿਆਂ ਦੀ ਪੱਕੀ ਦੁਸ਼ਮਣ ਬਿੱਲੀ ਨੂੰ ਮਾਰਨ ਦਾ ਵੱਡਾ ਪਾਪ ਦੱਸ ਕੇ ਸਦਾ ਉਸ ਦਾ ਸਤਿਕਾਰ ਕਰਨ ਦਾ ਹੁਕਮ ਦੇ ਦਿੱਤਾ। ਬਿੱਲੀ ਭਾਵੇਂ ਦੁੱਧ ਪੀ ਕੇ ਭਾਂਡੇ ਵੀ ਤੋੜ ਜਾਵੇ, ਪਰ ਘਰ ਵਾਲੇ ਬਿੱਲੀ ਨੂੰ ਡਰਾਉਣ ਲਈ ਉਸ ਵੱਲ ਕੋਈ ਚੀਜ਼ ਨਹੀਂ ਸਨ ਸੁੱਟ ਸਕਦੇ। ਬਿੱਲੀਆਂ ਐਡੀਆਂ ਦਲੇਰ ਹੋ ਗਈਆਂ ਕਿ ਰੋਟੀ ਖਾਣੀ ਵੀ ਅਸੰਭਵ ਬਣਦੀ ਗਈ। ਲੋਕਾਂ ਨੇ ਜਦ ਬੜੀਆਂ ਸ਼ਿਕਾਇਤਾਂ ਕੀਤੀਆਂ ਤਾਂ ਸਾਧ ਜੀ ਨੇ ਬਿੱਲੀ ਨੂੰ ਰੂੰ ਦੇ ਗੋਲੇ ਨਾਲ ਡਰਾ ਸਕਣ ਦੀ ਖੁੱਲ੍ਹ ਦੇ ਦਿੱਤੀ। ਪਰ ਅਗਲੇ ਦਿਨ ਹੀ ਕਿਸੇ ਭਗਤ ਦੇ ਘਰ ਬਿੱਲੀ ਦੀ ਮੌਤ ਹੋ ਗਈ ਤਾਂ ਲੋਕਾਂ ਰੌਲਾ ਪਾ ਦਿੱਤਾ। ਗੱਲ ਸਾਧ ਗੁਰੂ ਜੀ ਤੱਕ ਜਾ ਪੁੱਜੀ। ਸਾਧ ਨੇ ਉਸ ਭਗਤ ਨੂੰ ਬੁਲਾ ਕੇ ਪੁੱਛਿਆ ਕਿ ਉਸ ਨੇ ਬਿੱਲੀ ਨੂੰ ਕੀ ਮਾਰਿਆ ਜੋ ਉਸ ਦੀ ਮੌਤ ਹੋ ਗਈ। ਭਗਤ ਨੇ ਕਿਹਾ, ਜੀ ਬਿੱਲੀ ਤਾਂ ਰੂੰ ਲੱਗਣ ਨਾਲ ਹੀ ਮਰ ਗਈ। ਸਾਰੇ ਹੈਰਾਨ ਹੋ ਗਏ ਕਿ ਰੂੰ ਵੱਜਣ ਨਾਲ ਬਿੱਲੀ ਕਿਵੇਂ ਮਰ ਸਕਦੀ ਸੀ। ਉਸ ਭਗਤ ਨੇ ਝੱਟ ਕਹਿ ਦਿੱਤਾ ਕਿ ਵੱਜਾ ਤਾਂ ਬਿੱਲੀ ਨੂੰ ਰੂੰ ਹੀ ਸੀ, ਪਰ ਉਸਨੇ ਰੂੰ ਵਿੱਚ ਪੱਥਰ ਦੀ ਪਸੇਰੀ ਲਪੇਟੀ ਸੀ। ਸਾਧ ਨੂੰ ਆਪਣੀ ਭੁੱਲ ਦਾ ਅਨੁਭਵ ਹੋ ਗਿਆ ਕਿ ਜੇ ਉਹ ਰੂੰ ਮਾਰਨ ਦੀ ਖੁੱਲ੍ਹ ਵੀ ਨਾ ਦਿੰਦਾ ਤਾਂ ਵਿਚਾਰੀ ਬਿੱਲੀ ਦੀ ਮੌਤ ਨਾ ਹੁੰਦੀ, ਜਾਂ ਰੂੰ ਵਿੱਚ ਕੋਈ ਕਰੜੀ ਸ਼ੈ ਲਪੇਟ ਲੈਣ ਵਾਲੇ ਦੀਆਂ ਕਈ ਕੁੱਲਾਂ ਨਰਕਾਂ ਵਿੱਚ ਪੈ ਜਾਣ ਦਾ ਡਰ ਪਹਿਲਾਂ ਹੀ ਪਾ ਦਿੱਤਾ ਜਾਂਦਾ। ਪੰਥਕ ਰਹਿਤ ਮਰਜ਼ਾਦਾ ਬਣੀ ਤਾਂ ਸਿੱਖ ਨੂੰ ਬ੍ਰਾਹਮਣੀ ਰੀਤਾਂ ਤੋਂ ਖਲਾਸੀ ਦਿਵਾਉਣ ਲਈ ਹੋਵੇਗੀ, ਪਰ ਸੰਸਕਾਰ ਸ਼ਬਦ ਦੀ ਵਰਤੋਂ ਵਾਲੇ ਸਰਲੇਖਾਂ ਹੇਠ ਗੁਰਮਤਿ ਮਰਜ਼ਾਦਾ ਦਾ ਵੇਰਵਾ ਲਿਖ ਕੇ ਇਸ ਨੂੰ ਬ੍ਰਾਹਮਣੀ ਸੰਸਕਾਰ ਸਿੱਖਿਆ ਦੇ ਨਿਯਮ ਦੇ ਆਧਾਰ ਹੋਣ ਦਾ ਭਰਮ ਬਣਾ ਦਿੱਤਾ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਸਕਾਰ ਸ਼ਬਦ ਮਿਲਦਾ ਹੀ ਨਹੀਂ ਸੀ ਤਾਂ ਰਹਿਤ ਮਰਜ਼ਾਦਾ ਵਿੱਚ ਸੰਸਕਾਰਾਂ ਦਾ ਵੇਰਵਾ ਦੇਣਾ ਬਿੱਲੀ ਨੂੰ ਰੂੰ ਮਾਰਨ ਦੀ ਖੁੱਲ੍ਹ ਦੇਣ ਦੀ ਭਿਆਨਕ ਭੁੱਲ ਸੀ। ਅਜਿਹੀ ਭੁੱਲ ਹੋ ਜਾਣੀ ਅਚੰਭੇ ਵਾਲੀ ਗੱਲ ਨਹੀਂ ਹੈ। ਆਖਰ ਰਹਿਤ ਮਰਜ਼ਾਦਾ ਵੀ ਤਾਂ ਉਸ ਖਾਲਸਾ ਜੀ ਨੇ ਬਣਾਈ ਸੀ ਜਿਸ ਨੇ 1849 ਵਿੱਚ ਰਾਜ ਭਾਗ ਖੁੱਸ ਜਾਣ ਸਮੇਂ ਵੀ ਆਪਣੇ ਅੰਦਰ ਝਾਤੀ ਨਹੀਂ ਸੀ ਮਾਰੀ ਕਿ ਕਿਤੇ ਅਸੀਂ ਆਪਣਾ ਉਹ ਨਿਆਰਾਪਨ ਗੁਆ ਤਾਂ ਨਹੀਂ ਬੈਠੇ ਜਿਸ ਕਾਰਨ ਸਾਨੂੰ ਤੇਜ ਪ੍ਰਤਾਪ ਮਿਲਿਆ ਸੀ। ਭਾਵ 1945 ਤੱਕ ਤਾਂ ਖਾਲਸਾ ਜੀ ਆਪਣੇ ਨਿਆਰੇ ਆਚਰਣ ਦੀ ਉਸ ਸਿਖਰ ਤੋਂ ਕਈ ਮੀਲ ਹੇਠਾਂ ਜਾ ਚੁੱਕੇ ਸਨ, ਜਿਸ ਸਿਖਰ 'ਤੇ ਪੁੱਜ ਜਾਣ ਕਾਰਨ ਸਤਿਗੁਰ ਪੂਰੇ ਅਤੇ ਸੱਜਣ ਸੂਰੇ ਬਣੇ ਸਨ। ਖਾਲਸਾ ਜੀ ਨੂੰ ਹਰਖ ਸੋਗ 'ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ। ਬੱਚੇ ਦੇ ਜਨਮ ਅਤੇ ਪ੍ਰਾਣੀ ਦੀ ਮੌਤ 'ਤੇ ਸੰਸਕਾਰ ਵਿਧੀ ਲਿਖਣ ਦੀ ਕੀ ਲੋੜ ਸੀ।
ਬੱਚੇ ਦੇ ਜਨਮ ਤੇ ਨਾਮ ਆਦਿ ਰੱਖਣ ਲਈ ਗੁਰਮਤਿ ਮਰਜ਼ਾਦਾ ਲਿਖਣ ਦਾ ਸਰਲੇਖ ਜਨਮੇ ਕੋ ਵਾਜੇ ਵਾਧਾਏ ਅਤੇ ਮੌਤ ਹੋ ਜਾਣ ਤੇ ਆਪਣੇ ਸਾਕਾਂ ਸੰਬੰਧੀਆਂ ਦਾ ਮ੍ਰਿਤਕ ਸਰੀਰ ਆਪਣੀ ਭਾਵਨਾ ਅਤੇ ਮ੍ਰਿਤਕ ਪ੍ਰਤੀ ਸਤਿਕਾਰ ਅਨੁਸਾਰ 5 ਤੱਤਾਂ ਵਿੱਚ ਮਿਲਾ ਦੇਣ ਦੀ ਹਦਾਇਤ ਲਈ ਜੇ ਮ੍ਰਿਤਕ ਕੋ ਚੰਦਨ ਚੜਾਵੇ ਸਰਲੇਖ ਹੋਣਾ ਚਾਹੀਦਾ ਸੀ। ਮ੍ਰਿਤਕ ਨਿਮਿਤ ਕਿਸੇ ਪ੍ਰਕਾਰ ਦਾ ਵੀ ਧਰਮ ਕਰਮ ਦਾਨ ਪੁੰਨ ਕੀਤਾ ਮ੍ਰਿਤਕ ਲਈ ਨਿਸਫਲ ਹੈ ਅਤੇ ਬ੍ਰਾਹਮਣ ਵੱਲੋਂ ਪ੍ਰਚਲਿਤ ਰੀਤਾਂ ਦਾ ਪੂਰਾ ਵੇਰਵਾ ਲਿਖ ਕੇ ਉਹਨਾਂ ਨੂੰ ਤਿਆਗ ਦੇਣ ਦਾ ਉਪਦੇਸ਼ ਸਪਸ਼ਟ ਸ਼ਬਦਾਂ ਵਿੱਚ ਲਿਖ ਦੇਣਾ ਕਾਫੀ ਸੀ। ਕੀ ਫਾਇਦਾ ਸਿੱਖ ਰਹਿਤ ਮਰਜ਼ਾਦਾ ਦਾ ਜਦ ਵੱਡੇ ਵੱਡੇ ਜਥੇਦਾਰ ਵੱਡੇ ਵੱਡੇ ਕਥਿਤ ਮਹਾਂਪੁਰਖਾਂ ਦੇ ਅਤੇ ਵੱਡੇ ਵੱਡੇ ਸਿੱਖ ਸਿਆਸੀ ਆਗੂਆਂ ਦੇ ਮਰਨ ਤੇ ਚੌਥੇ ਦੁਸ਼ਹਿਰੇ 13ਵੇਂ ਤੇ 17ਵੇਂ ਆਦਿ ਕਰਕੇ ਫੁੱਲ ਕੀਰਤਪੁਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਪਾਏ ਜਾਣ ਦੀ ਬ੍ਰਾਹਮਣੀ ਮਰਜ਼ਾਦਾ ਪੰਥਕ ਧਰਮ ਬਣ ਖਲੋਤੀ ਹੈ। ਸਿੱਖ ਰਹਿਤ ਮਰਜ਼ਾਦਾ ਅਤੇ ਜਨਮ ਤੇ ਨਾਮ ਸੰਸਕਾਰ। ਸਿੱਖ ਰਹਿਤ ਮਰਜ਼ਾਦਾ ਦੇ 18 ਸਫ਼ੇ ਤੇ ਨੰਬਰ 1 ਜਨਮ ਤੇ ਨਾਮ ਸੰਸਕਾਰ ਸਰਲੇਖ ਦੇ ਹੇਠਾਂ ਇਉਂ ਲਿਖਿਆ ਹੋਇਆ ਹੈ। ਭਾਗੂੜਾ ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉੱਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ ਦਿਨਾਂ ਦੀ ਕੋਈ ਗਿਣਤੀ ਨਹੀਂ। ਟੱਬਰ ਤੇ ਸੰਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੂ ਜੀ ਦੇ ਹਜ਼ੂਰ ਪਰਮੇਸ਼ਰ ਦਿੱਤਾ ਬੰਨਾ ਸੋਠ ਮਹੱਲਾ ਪੰਜਵਾਂ ਸਤਿਗੁਰ ਸਾਚੇ ਦੀਆ ਭੇਜ ਆਸਾ ਮਹੱਲਾ ਪੰਜਵਾਂ ਆਦਿ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ। ਉਪਰੰਤ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ। ਫਿਰ ਵਾਕ ਲਿਆ ਜਾਵੇ। ਵਾਕ ਦੇ ਆਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਲੜਕੇ ਦਾ ਨਾਮ ਪਿੱਛੇ ਸਿੰਘ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ। ਉਪਰੰਤ ਆਨੰਦ ਸਾਹਿਬ 6 ਪੌੜੀਆਂ ਮਗਰੋਂ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ ਵਿੱਚ ਅਰਦਾਸਾ ਕਰਕੇ ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਭਾਗੈੜਾ ਜਨਮ ਦੇ ਸਬੰਧ ਵਿੱਚ ਖਾਣ ਪੀਣ ਵਿੱਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਂਕਿ ਜੰਮਣ ਮਰਨਾ ਹੁਕਮ ਹੈ। ਭਾਣੇ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦੇ ਤੋਨ ਰਿਜਕ ਸੰਭਾਹੇ। ਭਾਗੀੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਤੋਂ ਚੋਲਾ ਬਣਾ ਕੇ ਪਾਉਣਾ ਆਦਿ ਮਨਮਤ ਹੈ। ਗੰਭੀਰ ਸ਼ੰਕੇ। ਨੰਬਰ 1 ਦਾਸ ਦੀ ਤੁੱਛ ਬੁੱਧੀ ਅਨੁਸਾਰ ਸਭ ਤੋਂ ਬਹੁਤੀ ਦੁਖਦਾਈ ਗੱਲ ਇਹ ਹੈ ਕਿ ਗੁਰਬਾਣੀ ਦੀ ਗਲਤ ਵਰਤੋਂ ਕਰਨ ਦਾ ਰਾਹ ਪੰਥਕ ਤੌਰ 'ਤੇ ਖੋਲ੍ਹਿਆ ਗਿਆ ਹੋਇਆ ਹੈ। ਇੱਕ ਪਾਸੇ ਤਾਂ ਅਸੀਂ ਗੁਰਬਾਣੀ ਨੂੰ ਹੁਕਮਾਓ ਮੰਨ ਰਹੇ ਹਾਂ ਅਥਵਾ ਬਾਣੀ ਗੁਰੂ ਗੁਰੂ ਹੈ ਬਾਣੀ ਵੀ ਕਹੀ ਜਾ ਰਹੇ ਹਾਂ, ਅਤੇ ਦੂਜੇ ਪਾਸੇ ਵਾਹ ਵਾਹ ਬਾਣੀ ਨਿਰੰਕਾਰ ਨੂੰ ਆਪਣੀ ਵਿਉਂਤ ਅਨੁਸਾਰ ਆਪਣੇ ਸਮੇਂ ਨੂੰ ਸੁਹਾਵਾ ਬਣਾਉਣ ਲਈ ਵਰਤਣ ਦਾ ਉਪਦੇਸ਼ ਲਿਖ ਰਹੇ ਹਾਂ। ਜੇ ਕਿਸੇ ਗੁਰੂ ਫਰਮਾਨ ਨੂੰ ਖੁਸ਼ੀ ਅਤੇ ਧੰਨਵਾਦ ਵਾਲਾ ਕਹਾਂਗੇ ਤਾਂ ਇਸ ਦਾ ਭਾਵ ਇਹ ਬਣਦਾ ਹੈ ਕਿ ਗੁਰਬਾਣੀ ਦੇ ਰਚੈਤਾ ਭਗਤ ਜਨ ਅਥਵਾ ਸਤਿਗੁਰੂ ਸਾਹਿਬਾਨ ਪ੍ਰਭੂ ਦੀ ਪਛਾਣ ਕਰਾਉਣ ਵਾਲੀ ਕੇਵਲ ਬ੍ਰਹਮ ਵਿਚਾਰ ਹੀ ਨਹੀਂ ਸੀ ਲਿਖਿਆ ਕਰਦੇ, ਸਗੋਂ ਲੋਕਾਂ ਨੂੰ ਖੁਸ਼ ਕਰਨ ਲਈ ਉਹਨਾਂ ਦੇ ਖੁਸ਼ੀ ਵਾਲੇ ਸੰਸਾਰੀ ਕਾਰਜਾਂ ਨੂੰ ਸੁਹਾਵਾ ਬਣਾਉਣ ਲਈ ਖੁਸ਼ੀ ਦਰਸਾਉਣ ਵਾਲੀ ਬਾਣੀ ਰੂਪ ਕਵਿਤਾ ਜਾਂ ਸਿਹਰੇ ਵੀ ਲਿਖਦੇ ਰਹੇ ਸਨ। ਵਾਹਿਗੁਰੂ ਜੀ ਦਾ ਧੰਨਵਾਦ ਵੀ ਅਸਾਂ ਆਪਣੇ ਹਿਰਦੇ ਦੀ ਡੂੰਘਾਈ ਤੋਂ ਨਹੀਂ ਸਗੋਂ ਰਾਗੀਆਂ ਤੋਂ ਗੁਰਬਾਣੀ ਸ਼ਬਦਾਂ ਦਾ ਕੀਰਤਨ ਕਰਵਾਉਣ ਵਾਲੀ ਪੰਥਕ ਵਿਧੀ ਦੁਆਰਾ ਕਰਨਾ ਹੈ। ਬ੍ਰਹਮ ਵਿਚਾਰ ਨੂੰ ਆਪਣੇ ਘਰ ਦੀ ਖੁਸ਼ੀ ਅਨੁਸਾਰ ਵਰਤਣ ਦੀ ਖੁੱਲ੍ਹ ਗੁਰੂ ਪੰਥ ਵੱਲੋਂ ਹੀ ਮਿਲ ਜਾਣੀ। ਕਿਹੜਾ ਹੈ ਜੋ ਗੁਰਬਾਣੀ ਦਾ ਗਿਆਨ ਸਮਝ ਕੇ ਉਸ ਅਨੁਸਾਰ ਜੀਵਨ ਢਾਲ ਲੈਣ ਦੀ ਵਿਚਾਰ ਵੀ ਕਦੇ ਮਨ ਵਿੱਚ ਆਉਣ ਦੇਵੇਗਾ। ਬਾਲਕ ਦੇ ਜਨਮ 'ਤੇ ਜਿਹੜੇ ਗੁਰੂ ਸ਼ਬਦ ਪੜ੍ਹਨ ਦੀ ਹਦਾਇਤ ਲਿਖੀ ਹੈ ਉਹ ਪੂਰਾ ਗੁਰੂ ਸ਼ਬਦ ਅਤੇ ਅਰਥ ਇਉਂ ਹਨ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਪੰਨਾ 627 ਅਤੇ 28। ਅਰਥ ਇਹ ਸੰਤ ਜਨੋ, ਜਿਸ ਮਨੁੱਖ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਪਾਰ ਬ੍ਰਹਮ ਪੂਰਨ ਪਰਮੇਸ਼ਰ ਸਭ ਥਾਵਾਂ ਵਿੱਚ ਮੌਜੂਦ ਹੈ, ਉਸ ਮਨੁੱਖ ਨੂੰ ਸਭ ਥਾਵਾਂ ਵਿੱਚ ਸੁੱਖ ਹੀ ਪ੍ਰਤੀਤ ਹੁੰਦਾ ਹੈ। ਰਹਾਓ ਜਿਸ ਮਨੁੱਖ ਦੇ ਆਤਮਿਕ ਜੀਵਨ ਵਾਸਤੇ ਪਰਮੇਸ਼ਵਰ ਨੇ
ਵਿਕਾਰਾਂ ਦੇ ਰਾਹ ਵਿੱਚ ਡੱਕਾ ਮਾਰ ਦਿੱਤਾ, ਉਸ ਮਨੁੱਖ ਦੇ ਅੰਦਰੋਂ ਪਰਮੇਸ਼ਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ। ਜਿਨ੍ਹਾਂ ਜੀਵਾਂ ਉੱਤੇ ਪ੍ਰਭੂ ਨੇ ਇਹ ਕਿਰਪਾ ਕਰ ਦਿੱਤੀ, ਉਹ ਸਾਰੇ ਜੀਵ ਆਤਮਿਕ ਆਨੰਦ ਮਾਣਦੇ ਹਨ। ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਜਿਸ ਮਨੁੱਖ ਦੇ ਅੰਦਰ ਆ ਵਸੀ, ਉਸ ਨੇ ਆਪਣੀ ਸਾਰੀ ਚਿੰਤਾ ਦੂਰ ਕਰ ਲਈ। हे ਨਾਨਕ, ਦਇਆ ਦਾ ਸੋਮਾ ਪ੍ਰਭੂ ਉਸ ਮਨੁੱਖ ਉੱਤੇ ਮਿਹਰਬਾਨ ਹੋਇਆ ਹੈ। ਉਹ ਮਨੁੱਖ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਦਾ ਉਚਾਰਦਾ ਹੈ। ਪਤਾ ਨਹੀਂ ਗੁਰੂ ਪੰਥ ਨੇ ਇਸ ਗੁਰ ਸ਼ਬਦ ਨੂੰ ਬਾਲਕ ਦੇ ਜਨਮ ਦੀ ਖੁਸ਼ੀ ਵਿੱਚ ਪੜ੍ਹਨ ਲਈ ਕਿਸ ਖਿਆਲ ਨਾਲ ਚੁਣਿਆ ਹੈ। ਵਿਆਹ ਸ਼ਾਦੀਆਂ ਤੇ ਤਰੀਮਤਾਂ ਸੁਹਾਗ ਦੇ ਗੀਤ ਗਾਉਣ ਲੱਗੀਆਂ ਨੀਂਗਰ ਨੂੰ ਬੰਨਾ ਕਿਆ ਕਰਦੀਆਂ ਹਨ। ਸ਼ਾਇਦ ਗੁਰੂ ਪੰਥ ਨੇ ਗੁਰੂ ਸ਼ਬਦ ਵਿਚਲਾ ਬੰਨਾ ਵੀ ਤਰੀਮਤਾਂ ਦੇ ਗੀਤਾਂ ਵਾਲਾ ਬੰਨਾ ਸਮਝਣ ਦੀ ਸਿੱਖਿਆ ਦਿੱਤੀ ਹੋਵੇਗੀ। ਉਪਰੋਕਤ ਤੁਕ ਵਾਲਾ ਪੂਰਾ ਪਾਵਨ ਸ਼ਬਦ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਦੀ ਤੀਜੀ ਪੋਥੀ ਦੇ 262 ਸਫ਼ੇ ਤੇ ਪ੍ਰਿੰਸੀਪਲ ਸਾਹਿਬ ਸਿੰਘ ਜੀ ਵੱਲੋਂ ਲਿਖੇ ਅਰਥ। ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਰਹਾਉ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ, ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੈ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਭਏ ਅਚਿੰਤ ਏਕ ਲਿਵ ਲਾਇਆ, ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਪੰਨਾ 396। ਨੋਟ: ਪੁੱਤਰ ਦੇ ਜਨਮ ਦੀ ਖੁਸ਼ੀ ਦਾ ਦ੍ਰਿਸ਼ਟਾਂਤ ਦੇ ਕੇ ਗੁਰੂ ਦੀ ਸ਼ਰਨ ਤੋਂ ਪ੍ਰਾਪਤ ਹੋਏ ਸੁੱਖ ਦਾ ਵਰਣਨ ਕੀਤਾ ਹੈ। ਅਰਥ: हे ਭਾਈ, ਗੁਰੂ ਨਾਨਕ ਪਰਮਾਤਮਾ ਦਾ ਭਗਤ, ਪਰਮਾਤਮਾ ਦਾ ਪੁੱਤਰ ਜੰਮਿਆ। ਉਸ ਦੀ ਬਰਕਤ ਨਾਲ ਉਸ ਦੀ ਸ਼ਰਨ ਆਉਣ ਵਾਲੇ ਸਾਰੇ ਜੀਵਾਂ ਦੇ ਅੰਦਰ ਧੁਰ ਦਰਗਾਹ ਦੀ ਸੇਵਾ ਭਗਤੀ ਦਾ ਲੇਖ ਉਗੜ ਰਿਹਾ ਹੈ। ਰਹਾਉ। हे ਭਾਈ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ ਨਾਨਕ ਨੂੰ ਜਗਤ ਵਿੱਚ ਘੱਲਿਆ ਹੈ। ਉਸ ਦੀ ਸੰਗਤ ਦੀ ਬਰਕਤ ਨਾਲ ਸਿੱਖਾਂ ਦੇ ਹਿਰਦੇ ਵਿੱਚ ਅਟਲ ਆਤਮਿਕ ਜੀਵਨ ਹੋ ਰਿਹਾ ਹੈ। हे ਭਾਈ, ਜਿਵੇਂ ਜਦੋਂ ਮਾਂ ਦੇ ਪੇਟ ਵਿੱਚ ਬੱਚਾ ਆ ਨਿਵਾਸ ਕਰਦਾ ਹੈ ਤਾਂ ਮਾਂ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੁੰਦੀ ਹੈ, ਤਿਵੇਂ ਸਿੱਖਾਂ ਦੇ ਅੰਦਰ ਅਟਲ ਆਤਮਿਕ ਜੀਵਨ ਦਾ ਆਨੰਦ ਪੈਦਾ ਕਰਦਾ ਹੈ। हे ਭਾਈ, ਜਿਵੇਂ ਜਿਸ ਘਰ ਵਿੱਚ ਪਰਮਾਤਮਾ ਦੇ ਹੁਕਮ ਅਨੁਸਾਰ 10ਵੀਂ ਮਹੀਨੀ ਪੁੱਤਰ ਜੰਮਦਾ ਹੈ ਤਾਂ ਉਸ ਘਰ ਵਿੱਚੋਂ ਗਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ। ਤਿਵੇਂ ਜਿਹੜੀ ਸਤ ਸੰਗਣ ਸਹੇਲੀ ਗੁਰੂ ਦੀ ਸਿਫਤ ਸਲਾਹ ਦੀ ਬਾਣੀ ਗਾਉਂਦੀ ਹੈ, ਉਹ ਆਤਮਿਕ ਆਨੰਦ ਮਾਣਦੀ ਹੈ ਤੇ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿੱਚ ਪਿਆਰੀ ਲੱਗਦੀ ਹੈ। हे ਭਾਈ, ਜਿਹੜੇ ਵਡਭਾਗੀ ਮਨੁੱਖ ਨੂੰ ਗੁਰੂ ਸੰਗਤ ਦੀ ਬਰਕਤ ਨਾਲ ਇੱਕ ਪਰਮਾਤਮਾ ਵਿੱਚ ਸੁਰਤ ਜੋੜਦੇ ਹਨ, ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ। ਸਤਿਗੁਰੂ ਉਹਨਾਂ ਨੂੰ ਮਨ ਇੱਛਤ ਫਲ ਦਿੰਦਾ ਹੈ। ਗੁਰੂ ਉਹਨਾਂ ਗੁਰਸਿੱਖਾਂ ਵਿੱਚ ਪ੍ਰਭੂ ਦੀ ਧਰਮ ਸੱਤਿਆ ਪੱਕੀ ਕਰਕੇ ਟਿਕਾ ਦਿੰਦਾ ਹੈ। ਇਹ ਗੁਰਮੁਖ ਹੀ ਗੁਰੂ ਦੀ ਪਰਮਾਤਮਾ ਦੀ ਵੱਧ ਰਹੀ ਵੇਲ ਹਨ, ਚੱਲ ਰਹੀ ਪੀੜ੍ਹੀ ਹਨ। हे ਭਾਈ, ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੁੰਦਾ ਹੈ, ਜਿਸ ਨੂੰ ਨਾਮ ਦੀ ਦਾਤ ਦਿੰਦਾ ਹੈ, ਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿੱਚ ਹੀ ਬੋਲਦਾ ਹੈ। ਉਹ ਆਪਣੇ ਗੁਰੂ ਉੱਤੇ ਇਉਂ ਫਖਰ ਕਰਦਾ ਹੈ ਜਿਵੇਂ ਕੋ ਪੁੱਤਰ ਆਪਣੇ ਪਿਓ ਉੱਤੇ ਮਾਣ ਕਰਦਾ ਹੈ। ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਓ ਪਾਸੋਂ। ਇਸ ਗੁਰੂ ਸ਼ਬਦ ਨੂੰ ਵੀ ਪਤਾ ਨਹੀਂ ਕਿਸ ਦਲੀਲ ਨਾਲ ਗ੍ਰਸਤੀ ਦੇ ਘਰ ਬਾਲ ਜੰਮਣ ਦੀ ਖੁਸ਼ੀ ਮਨਾਉਣ ਲਈ ਪੜ੍ਹਨ ਦੀ ਮਰਜ਼ਾਦਾ ਬਣਾਈ ਹੈ। ਬੱਚੇ ਦੇ ਜਨਮ 'ਤੇ ਅਖੰਡ ਪਾਠ ਜਾਂ ਸਹਿਜ ਪਾਠ ਕੀਤੇ ਜਾਣ ਦਾ ਜੋ ਇਸ਼ਾਰਾ ਕੀਤਾ ਹੋਇਆ ਹੈ, ਉਸ ਤੋਂ ਬਹੁਤੀ ਥਾਈਂ ਅੱਜ ਸ਼ਰਾਬੀਆਂ ਅਤੇ ਭੰਗੜੇ ਪਾਉਣ ਵਾਲਿਆਂ ਦੀ ਇਕੱਤਰਤਾ ਗੁਰਬਾਣੀ ਦੇ ਭੋਗ ਦੇ ਬਹਾਨੇ ਨਾਲ ਹੀ ਕੀਤੀ ਜਾਂਦੀ ਹੈ। ਸਤਿਗੁਰਾਂ ਦੀ ਹਾਜ਼ਰੀ ਵਿੱਚ ਹੀ ਬੋਤਲਾਂ ਦੇ ਡੱਟ ਖੋਲ੍ਹਣੇ ਅਤੇ ਹਾਜ਼ਰੀ ਵਿੱਚ ਹੀ ਨਾਚ ਹੁੰਦੇ ਹਨ। ਕਾਕੇ ਨੂੰ ਤੋਹਫੇ ਦਿੱਤੇ ਜਾਂਦੇ ਹਨ ਅਤੇ ਹੋਰ ਕਈ ਤਰ੍ਹਾਂ ਦੇ ਖਰੂਦ ਸਤਿਗੁਰਾਂ ਦੇ ਪ੍ਰਕਾਸ਼ ਦੀ ਸਾਂਝੀ ਕੰਧ ਵਾਲੇ ਕਮਰੇ ਵਿੱਚ ਹੀ ਹੋ ਰਹੇ ਹੁੰਦੇ ਹਨ। ਕੰਢਿਆਂ ਤੋਂ ਬਾਹਰ ਡੁੱਲ ਰਹੀਆਂ ਖੁਸ਼ੀਆਂ ਦੇ ਅਜਿਹੇ ਸਮੇਂ ਵਿੱਚ ਸ਼ਾਇਦ ਹੀ ਹੈ ਜੇ ਕਿਸੇ ਗੁਰਮੁਖ ਦਾ ਧਿਆਨ ਸੱਚ ਦੀ ਬਾਣੀ ਆਖਣ ਵਾਲੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਬੇਲਾ,
ਸ੍ਰੀ ਗੁਰੂ ਨਾਨਕ ਸਾਹਿਬ ਜੀ ਜੋਤ ਦੇ 11ਵੇਂ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸੱਚ ਫੁਰਮਾਨ ਵੱਲ ਜਾਂਦਾ ਹੋਵੇ। ਜਨਮੇ ਕੋ ਵਾਜੇ ਵਾਧਾਏ, ਸੋਹਲੜੇ ਅਗਿਆਨੀ ਗਾਏ, ਜੋ ਜਨਮੈ ਤਿਸ ਸਰ ਪਰ ਮਰਣਾ, ਕਿਰਤ ਪਿਆ ਸਿਰ ਸ਼ਾਹਾ ਹੈ। ਪੰਨਾ 1032। ਅਰਥ, ਜਦੋਂ ਜੀਵ ਜੰਮਦਾ ਹੈ ਤਾਂ ਉਸਦੇ ਜੰਮਣ ਤੋਂ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ ਕਿ ਗਿਆਨ ਤੋਂ ਸੱਖਣੇ ਲੋਕ ਖੁਸ਼ੀ ਦੇ ਗੀਤ ਗਾਉਂਦੇ ਹਨ, ਪਰ ਇਸ ਸੱਚ ਨੂੰ ਭੁੱਲ ਗਏ ਹੁੰਦੇ ਹਨ ਕਿ ਜਿਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਵੀ ਜ਼ਰੂਰ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਮੌਤ ਦਾ ਮਹੂਰਤ ਉਸ ਦੇ ਮੱਥੇ 'ਤੇ ਲਿਖਿਆ ਜਾਂਦਾ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 6ਵਾਂ, ਦੂਜੇ ਕਾਂਡ ਦਾ 6ਵਾਂ ਭਾਗ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।